महला पहला। नानक निरभउ निरंकार, होर केते राम रवाल। केतिया कन कहानियाँ, केते वेद विचार। केते नचे मंगते, गेड़ मुड़ पूरे ताल। बाजारी बाजार में आए कड़े बाजार। गावे राजे रानियाँ, बोले है आल पताल। लख टकिया के मुंदड़े, लख टकिया के हार। जित तन पाइए है नानका, से तन होवे शार। ज्ञान नाम गली ढूंढिया, कथना करुणा सार। कर्म मिलै ता पाइयै, होर हिकमत हुक्म खुआर। कर्म मिलै ता पाइयै, होर हिकमत हुक्म खुआर। वाहिगुरु जी का खालसा, वाहिगुरु जी की फतेह। परम सन्मानयोग चवर छत्र तख्त दे मालिक, ज्ञान दे सोमे, सदीवी सुखां दे दाते, शब्द गुरु धन धन सतगुरु श्री गुरु ग्रंथ साहिब जी दे पावन पवित्र दरबार अंदर जुड़ बैठे गुरु प्यारे गुरु सवारे सतसंगी जनों, ਅਤੇ जो भी माई भाई इस आवाज़ ਨੂੰ ਸਰਵਣ कर रहा है, गुरु घर ਦੀ ਪ੍ਰੀਤ ਦੇ ਨਾਲ जुड़िया है। सुरत करके जो गुरु चरणों ਦੇ ਵਿੱਚ ਹਾਜ਼ਰ है, आओ प्यार सहित गुरु चरणों ਵਿੱਚ ਲਵਾਈਏ ਹਾਜ਼ਰੀ। एक बार अपने गुरु चरणों ਵਿੱਚ ਹੋਣ ਦਾ सबूत दईए। ਤੇ जे सुरत ना होवे गुरु चरणों ਦੇ अंदर ਤੇ आओ ध्यान धरन ਦਾ यतन करिए। प्यार सहित आखिए जी सतनाम श्री वाहिगुरु साहिब जी। साहिब जी बख्शिश करन। जिथे बाणी दी विचार चल रही है, जो अज दा श्लोक विचार अधीन आप सरबत संगत ने सरवण कीता है, जिस दी विचार दे नाल आपां जुड़ना पातशाह जी ने समा बख्शिया है। इस लाही समय दा लाहा खटिए गुरु की झोली दे विच बैठ करके, गुरु की गोद दे अंदर बैठ करके बापू दे बचनां नूं समझिए
ਤੇ ਇਸ ਇਲਾਹੀ ਖਜ਼ਾਨੇ ਦੇ ਵਿੱਚੋਂ ਗਿਆਨ ਹਾਸਲ ਕਰੀਏ। ਗੁਰਦੇਵ ਜੀ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਵਿਚਾਰ ਕਰਵਾ ਲੈਣ, ਆਪ ਹੀ ਸੁਣਨ ਦਾ ਬਲ ਬਖਸ਼ਣ ਤੇ ਆਪ ਹੀ ਸਾਡੇ ਜੀਵਨਾਂ ਦੇ ਅੰਦਰ ਇਹ ਵਿਚਾਰ ਨੂੰ ਵਸਾਉਣ ਦੇ ਉਦਮ ਕਰਨ। ਗੁਰੂ ਪਿਆਰਿਓ, ਆਪਾਂ ਪਿਛਲੇ ਦਿਨੀ ਜੋ ਚੌਥੀ ਪੌੜੀ ਦੇ ਨਾਲ ਜੋ 2 ਸ਼ਲੋਕ ਹਨ, ਉਹਨਾਂ ਦੇ ਵਿੱਚੋਂ ਪਹਿਲੇ ਸ਼ਲੋਕ ਦੇ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕੀਤਾ, ਤੁਸ਼ ਬੁੱਧ ਦੇ ਨਾਲ ਜਿਤਨਾ ਵੀ ਸੰਭਵ ਹੋ ਸਕਿਆ, ਜਿਹਦੇ ਵਿੱਚ ਗੁਰਦੇਵ ਜੀ ਨੇ ਦੱਸਿਆ ਕਿ ਸਾਰਾ ਸੰਸਾਰ ਜਿਹੜਾ ਉਹ ਸਾਨੂੰ ਦ੍ਰਿਸ਼ਟਮਾਨ ਕਰਾਇਆ ਕਿ ਭਾਈ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦਾ ਹੈ। ਇਸ ਏਡੇ ਵੱਡੇ ਬ੍ਰਹਿਮੰਡ ਦਾ ਇੱਕ ਜ਼ਰਰਾ ਵੀ ਉਸ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਨਹੀਂ ਹੈ। ਜਿਸ ਹੁਕਮ ਨੂੰ ਗੁਰਦੇਵ ਜੀ ਨੇ ਬਾਣੀ ਵਿੱਚ ਕਈ ਸ਼ਬਦਾਂ ਦੇ ਨਾਲ ਦੱਸਿਆ ਹੈ, ਸਮਝਾਇਆ ਹੈ, ਡਿਸਕ੍ਰਾਈਬ ਕੀਤਾ ਹੈ, ਜਿਸ ਹੁਕਮ ਨੂੰ ਗੁਰਦੇਵ ਜੀ ਨੇ ਬਾਣੀ ਦੇ ਅੰਦਰ ਭਾਣਾ ਆਖਿਆ, ਭੈ ਆਖਿਆ ਹੈ, ਹੁਕਮ ਆਖਿਆ ਹੈ, ਡਰ ਆਖਿਆ ਹੈ ਤੇ ਨਦਰ ਦੇ ਹੇਠ ਆਖਿਆ, ਭਾਵ ਨਿਗਾਹ ਦੇ ਥੱਲੇ ਰੱਖਣਾ ਹੈ। ਤੇ ਇਸ ਸਾਰੇ ਸੰਸਾਰ ਨੂੰ ਉਸ ਅਕਾਲ ਪੁਰਖ ਨੇ ਆਪਣੀ ਨਿਗਾਹ ਦੇ ਹੇਠ ਰੱਖਿਆ ਹੈ। ਸਾਹਿਬ ਜੀ ਬਖਸ਼ਿਸ਼ ਕਰਦੇ ਕਹਿੰਦੇ, ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ। ਸਾਰਾ ਸੰਸਾਰ ਉਹਦੇ ਚੇਤੇ ਦੇ ਵਿੱਚ ਹੈ, ਭਾਵ ਉਹਨੂੰ ਗਿਆਤ ਹੈ ਕਿ ਕਿਹੜੀ ਵਸਤ, ਕਿਹੜੇ ਬ੍ਰਹਿਮੰਡ ਦੀ, ਕਿਹੜੀ ਸ੍ਰਿਸ਼ਟੀ ਦੀ ਕਿੱਥੇ ਪਈ ਹੈ। ਕੁਛ ਵੀ ਉਸ ਦੀ ਨਿਗਾਹ ਤੋਂ ਬਾਹਰ ਨਹੀਂ। ਏਡੇ ਵੱਡੇ ਸਰੂਪ, ਸ਼ਕਤੀ ਸਰੂਪ, ਪ੍ਰਕਾਸ਼ ਸਰੂਪ ਅਕਾਲ ਪੁਰਖ ਦੇ ਸਾਰਾ ਕੁਛ ਨਿਗਾਹ ਦੇ ਵਿੱਚ ਚੱਲ ਰਿਹਾ। ਤੇ ਗੁਰੂ ਪਿਆਰਿਓ, ਅੱਜ ਦਾ ਜੋ ਸ਼ਲੋਕ ਆਪਾਂ ਸਰਵਣ ਕੀਤਾ ਹੈ, ਗੁਰਦੇਵ ਜੀ ਇਹਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਭਾਈ ਜੀਵਨ ਦੇ ਵਿੱਚ ਮਨੁੱਖ ਦਾ ਅਸਲ ਜਿਹੜਾ ਜੀਵਨ ਦੇ ਵਿੱਚ ਆਉਣ ਦਾ ਕਾਰਨ ਸੀ, ਉਹ ਜਿੱਥੋਂ ਆਪਾਂ ਬਾਣੀ ਦੀ ਆਰੰਭਤਾ ਦੀ ਵਿਚਾਰ ਕੀਤੀ ਕਿ ਗਿਆਨ ਦੀ ਪ੍ਰਾਪਤੀ ਸੀ। ਜੀਵ ਨੇ ਗਿਆਨ ਪ੍ਰਾਪਤ ਕਰਨਾ ਸੀ। ਗਿਆਨ 2 ਤਰ੍ਹਾਂ ਦਾ ਆ ਜੀ, ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ। ਮੈਂ ਟੂਕ ਮਾਤਰ ਸ਼ਲੋਕ ਦੇ ਨਾਲ ਜਿਹੜੀ ਜੁੜਦੀ ਵਿਚਾਰ ਹੈ ਉਹ ਆਪਾਂ ਸਾਂਝੀ ਕਰ ਲਈਏ ਤੇ ਫਿਰ ਸ਼ਲੋਕ ਜਿਹੜਾ ਉਹ ਸੌਖਾ ਸਾਡੇ ਸੁਰਤ ਦੇ ਵਿੱਚ, ਸਾਡੇ ਚੇਤੇ ਦੇ ਵਿੱਚ ਵਸ ਜਾਵੇਗਾ। ਗਿਆਨ ਜਿਹੜਾ 2 ਤਰ੍ਹਾਂ ਦਾ, ਇੱਕ ਬਾਹਰੀ ਜਿਹੜਾ ਪਦਾਰਥਾਂ ਦਾ ਗਿਆਨ ਹੈ, ਜਿਹੜਾ ਸਾਡੀ ਦ੍ਰਿਸ਼ਟੀ ਨੂੰ, ਸਾਡੇ ਕੰਨਾਂ ਨੂੰ, ਸਾਡੇ ਗਿਆਨ ਇੰਦਰੀਆਂ ਨੂੰ ਬਾਹਰ ਮੁਖੀ ਬਣਾਉਂਦਾ, ਭਾਵ ਬਾਹਰ ਦੀਆਂ ਵਸਤਾਂ ਦਾ ਗਿਆਨ ਕਰਨ ਵਾਸਤੇ ਸਾਨੂੰ ਗਿਆਨ ਇੰਦਰੀ ਦਿੱਤੇ ਆ। ਜਿਵੇਂ ਸਾਡੀ ਚਮੜੀ ਦੇ ਨਾਲ ਕਿਸੇ ਵਸਤੂ ਦਾ ਸਪਰਸ਼ ਹੋਵੇ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਭਾਈ ਆਹ ਵਸਤੇ। ਜੇ ਸਾਡੇ ਨੇਤਰ ਬੰਦ ਵੀ ਹੋਣ ਤੇ ਅਸੀਂ ਹੱਥ ਦੇ ਨਾਲ ਛੂਹ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਭਾਈ ਇਹ ਜਾਂ ਲੱਕੜ ਹੈ, ਜਾਂ ਲੋਹਾ ਹੈ, ਜਾਂ ਕੋਈ ਹੋਰ ਧਾਤ ਹੈ। ਭਾਵੇਂ ਸਾਨੂੰ ਗਿਆਨ ਇੰਦਰੀ ਦਿੱਤੇ ਨੇ ਤੇ ਕਰਮ ਇੰਦਰੀ ਦਿੱਤੇ ਨੇ। ਸਾਰਿਆਂ ਦਾ ਜਿਹੜਾ ਕਾਰਜ ਹੈ ਉਹ ਬਾਹਰ ਮੁਖੀ ਹੈ, ਭਾਵ ਪਦਾਰਥਾਂ ਦਾ ਗਿਆਨ ਇਕੱਤਰ ਕਰਨਾ, ਪਦਾਰਥਾਂ ਦੇ ਨਾਲ ਮਨੁੱਖ ਨੂੰ ਜੋੜਨਾ। ਤੇ ਗੁਰੂ ਪਿਆਰਿਓ, ਇੱਕ ਮਨ ਦਾ ਗਿਆਨ ਹੈ, ਇੱਕ ਅੰਦਰ ਦਾ ਗਿਆਨ ਹੈ ਜਿਹੜਾ ਅੰਤਰਮੁਖੀ ਹੈ, ਜਿਹੜਾ ਅੰਦਰ ਵਸਦੇ ਅਕਾਲ ਪੁਰਖ ਦੇ ਦਰਸ਼ਨ ਕਰਾਉਂਦਾ ਹੈ। ਅੱਜ ਦੇ ਸ਼ਲੋਕ ਵਿੱਚ ਪਾਤਸ਼ਾਹ ਜੀ ਇਹੋ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਇਹ ਬਾਹਰ ਦੇ ਗਿਆਨ ਦੇ ਨਾਲ ਜੀਵ ਨੂੰ ਅੰਦਰ ਦਾ ਜਿਹੜਾ ਸਦੀਵੀ ਗਿਆਨ ਹੈ, ਬ੍ਰਹਮ ਦਾ ਗਿਆਨ ਹੈ, ਅਕਾਲ ਪੁਰਖ ਦਾ ਗਿਆਨ ਹੈ, ਉਹ ਪ੍ਰਾਪਤ ਨਹੀਂ ਹੋਣਾ। ਸ਼ਲੋਕ ਦੇ ਵਿੱਚ ਪਾਤਸ਼ਾਹ ਜੀ ਇੱਕ ਪੰਕਤੀ ਵਿੱਚ ਬਚਨ ਕਰਦੇ, ਕਹਿੰਦੇ ਗਿਆਨ ਨਾ ਗਲੀ ਢੂੰਡੀ ਐ ਕਥਨਾ ਕਰੜਾ ਸਾਰ। ਜੀਵ ਨੇ ਜਿੱਥੇ ਸੰਸਾਰ ਦਾ, ਪਦਾਰਥ ਦਾ ਗਿਆਨ ਪ੍ਰਾਪਤ ਕੀਤਾ,
उथे धार्मिक तौर ते गुरु प्यारिओ इसने ना ब्रह्म का ज्ञान प्राप्त करने वास्ते भी कई यतन किए, जिन्हां नूं गुरुदेव जी ने आखिया कर्म कांड। यतन किस तरह दे ने, जिन्हां दी निखेधी पातशाह जी ने जपजी साहब की आरंभता दे विच कीती। कहंदे सोचै सोच ना होवई, जे सोची लख वार। भावें इस पंक्ति के अर्थां दे विच अज दे विद्वानां दे विच मतभेद आ, पर जे आपां गुरु प्यारिओ दोवें तरह के अर्थ ही लै लईए, एक इस पंक्ति के अर्थ कीते जांदे सुचमता भाव इशनान तो तीर्थां दे इशनान करन दे नाल, दूजा सोच तो भाव सोचना कि दिमाग का कारज करना, दिमाग का सोचना। जे आपां पहले तरह के अर्थां दे नाल जुड़ीए तो उहदा भाव ये बनदा कि तीर्थां ते इशनान करन दे नाल उस अकाल पुरख का ज्ञान नहीं प्राप्त हुंदा, उस अंदर दे ब्रह्म की प्राप्ति नहीं होनी जिहड़ा अंदर लुकिया है। ते जे आपां गुरु प्यारिओ दूजे तरह के अर्थां दे नाल इस पंक्ति नूं समझण दा यतन करिए, क्योंकि ये कोई दुविधा का विषय नहीं, अर्थ जिहड़े वो अपनी मत बुद्ध के अनुसार कढ लए जांदे। आप अपनी बुद्ध है जेती, बरनत भिन्न भिन्न तुह तेती। ये कोई बहस का, कोई लड़ाई झगड़े का विषय नहीं है। विचार ये है कि साडी विचार दे अंदर ये दोवें तरह के अर्थ ही जेड़े वो कारगर हन, साडी समझ दे विच आउण वाले हन। ते दूजे तरह के अर्थां दे विच गुरु प्यारिओ पातशाह जी कहंदे आ कि भाई अकाल पुरख सोच का विषय नहीं है, दिमाग का विषय नहीं है कि उसनूं इस तरह किताबां पढ़ के जां कोई रहस्य इकट्ठा करके ते उसनूं इस तरह दे नाल समझ लिया जाएगा। वो साडे जीवन दे विच तन मन दे विच वसण का हिस्सा है। उस रहस्य नूं अंदर दृष्टमान करन दा, अंदर दर्शन करन दा विषय है। ते दर्शन किवें होणे आ? केवल पढ़न दा विषय नहीं, दर्शन किवें होणे? गुरुदेव जी कहते गुर पारस हम लोह मिल कंचन होया राम, ज्योति जोत मिलाए काया गढ़ सोहया राम। काया गढ़ सोहया मेरा प्रभु मोहया, क्यों सास की रास विसारी है। अदृष्ट अगोचर पकड़िया गुरु शब्दी, हूँ सतगुर कै बलिहारी है। इत्थे सतगुरु जी ने स्पष्ट कर दिता कि भाई गुरु पारस दे नाल जुड़न दे नाल उस अदृष्ट जेड़ा देखदा नहीं, जेड़ा दृष्टमान नहीं, प्रकाश स्वरूप अकाल पुरख, ते उस अगोचर जेड़ा साडा समझ गोचरा नहीं, साडी सोच दे विच आउण वाला नहीं, उस अकाल पुरख नूं अदृष्ट अगोचर पकड़िया गुरु शब्दी वाहिगुरू, कि उस नूं गुरु दे शब्द दे राही, शब्द दी कमाई करके इस तरह उसनूं पकड़िया। ये साडे ज्ञान का विषय है। ये असल दे विच साडा जीवन दे विच वसण वाला ज्ञान है। केवल गल्ली बाती जां मुख तो पैदा होने वाला जां मुख तो सुनाया जाने वाला ज्ञान नहीं। फिर पातशाह जी कहते जे कर्म कांडां दे अंदर हुण चुप करके बैठ जाइए, चुप है चुप ना होवई, जे लाए रहा लिवतार। फिर जिहड़ी तृष्णा है वो इतनी क वध गई ते गुरुदेव जी कहते भावें ब्रह्मांड दियां 14 पुरियां दे भार जिन्ने पदार्थ भी इकट्ठे कर लीए ते साडी भुख नहीं उतर सकदी। फिर पातशाह जी ने सियाणपां दी गल कीती, समझदारी दी गल कीती। कहते भाई जे दिमाग दे नाल 100 तरह दियां, हज़ारां तरह दियां किताबां पढ़ के चंगे आचरण वालियां सियाणपां सिख लियां जाण ते उस सियाणप दे नाल भी उस असल ज्ञान दी, ब्रह्म दे ज्ञान दी, अकाल पुरख दे ज्ञान दी प्राप्ति नहीं होनी। क्योंकि जेड़े ये सारे कारज ने ना जी गुरु प्यारिओ, ये सारे कारज साडे कर्म इंद्रियां ते ज्ञान इंद्रियां ते प्रभावित करते हैं। जे असी किसी प्रकार का ज्ञान पढ़ रहे हैं, उस ज्ञान नूं असी अपने मुख दे राही पढ़ रहे हैं, अखां दे राही वेख रहे हैं, कन्नां दे राही सुन रहे हैं ते दिमाग दे राही समझ रहे हैं।
ਜਾਂ ਕਿਸੇ ਵਸਤੂ ਤੋਂ ਸਾਨੂੰ ਗਿਆਨ ਪ੍ਰਾਪਤ, ਕਿਸੇ ਪਦਾਰਥ ਤੋਂ ਗਿਆਨ ਪ੍ਰਾਪਤ ਹੁੰਦਾ ਤੇ ਉਹ ਸਾਡੀ ਚਮੜੀ ਦੇ ਨਾਲ ਅਸੀਂ ਛੂਹ ਕੇ ਸਪਰਸ਼ ਕਰਕੇ ਉਸ ਦਾ ਗਿਆਨ ਪ੍ਰਾਪਤ ਕਰ ਰਹੇ ਹਾਂ। ਇਹ ਸਾਰੇ ਸਾਡੇ ਗਿਆਨ ਇੰਦਰੀਆਂ ਦਾ ਬਾਹਰ ਮੁਖੀ ਗਿਆਨ ਹੈ। ਹੁਣ ਖੁਦਾ ਰੱਬ ਅਕਾਲ ਪੁਰਖ ਜਿਹੜਾ ਉਹ ਤੇ ਅੰਦਰ ਵਸਦਾ ਆ ਜੀ, ਤੇ ਉਸ ਅੰਦਰ ਦੀ ਪ੍ਰਾਪਤੀ ਦੇ ਵਾਸਤੇ ਸੰਸਾਰ ਦੇ ਵਿੱਚ ਕੇਵਲ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇੱਕੋ ਇੱਕ ਦਾਤ ਐਸੀ ਬਣੀ ਹੈ ਜਿਸ ਦੇ ਨਾਲ ਉਸ ਦੀ ਪ੍ਰਾਪਤੀ ਹੋ ਸਕਦੀ ਹੈ। ਉਹਦੀ ਵਿਚਾਰ ਦੇ ਨਾਲ ਵੀ ਆਪਾਂ ਜੁੜਾਂਗੇ ਕਿ ਕੇਵਲ ਇੱਕੋ ਇੱਕ ਕੰਮ ਹੈ ਜਿਹਦੇ ਨਾਲ ਉਸ ਬ੍ਰਹਮ ਦੇ ਗਿਆਨ ਦੀ, ਅਸਲ ਗਿਆਨ ਦੀ ਪ੍ਰਾਪਤੀ ਹੋ ਸਕਦੀ। ਇਹ ਆਪਾਂ ਸਿਰਲੇਖ ਦੀ ਜਿਹੜੀ ਆਰੰਭਤਾ ਭੂਮਿਕਾ ਦੇ ਤੌਰ ਤੇ ਵਿਚਾਰ ਨੂੰ ਸਮਝਿਆ ਕਿ ਗੁਰਦੇਵ ਜੀ ਕਹਿੰਦੇ ਅਸਲ ਗਿਆਨ ਹੈ ਕੀ? ਅਸਲ ਗਿਆਨ ਇਹ ਹੈ ਜੀ ਕਿ ਜੀਵ ਜਿਹੜਾ ਨਾ ਉਹ ਸੰਸਾਰ ਦੇ ਵਿੱਚ ਜਦੋਂ ਤੋਂ ਆਇਆ ਹੈ, ਸੰਸਾਰ ਦੇ ਵਿੱਚ ਉਸ ਨੂੰ ਇੰਨੇ ਪਦਾਰਥ ਵੇਖ ਕੇ, ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦਾ ਨਾ ਕਿ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀਂ, ਭਾਵ ਇਸ ਮੇਲੇ ਦੇ ਵਿੱਚ ਜੀਵ ਆਇਆ ਤੇ ਹੁਣ ਇੱਕ ਬੱਚਾ ਮੇਲੇ ਦੇ ਵਿੱਚ ਆਪਣੇ ਬਾਪ ਦੇ ਨਾਲ, ਆਪਣੇ ਪਿਤਾ ਦੇ ਨਾਲ ਗਿਆ। ਉਹ ਬੱਚਾ ਮੇਲੇ ਦੇ ਵਿੱਚ ਘੁੰਮਦਾ ਹੈ ਤੇ ਪਿਤਾ ਤੋਂ ਆਪਣਾ ਹੱਥ ਛੁਡਾ ਬੈਠਦਾ, ਪਿਤਾ ਤੋਂ ਆਪਣਾ ਹੱਥ ਛੁਡਾ ਬੈਠਦਾ। ਇਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹ ਇਹਨਾਂ ਪਦਾਰਥਾਂ ਨੂੰ ਵੇਖ ਕੇ, ਜਿਹੜੇ ਮੇਲੇ ਦੇ ਵਿੱਚ ਦੁਕਾਨਾਂ ਸਜੀਆਂ ਨੇ, ਕੋਈ ਮਠਿਆਈਆਂ ਦੀ ਦੁਕਾਨ ਲੱਗੀ, ਕੋਈ ਖਿਡੌਣਿਆਂ ਦੀ ਦੁਕਾਨ ਲੱਗੀ, ਕੋਈ ਰਾਸਧਾਰੀਆਂ ਦੀ ਰਾਸਧਾਰੀ ਜਿਹੜੇ ਉਹ ਰਾਸ ਪਾ ਰਹੇ ਨੇ, ਉਹਨਾਂ ਦੇ ਵੱਲ ਜਦੋਂ ਜੀਵ ਨੇ, ਬੱਚੇ ਨੇ ਦੇਖਿਆ ਤੇ ਬੱਚਾ ਉਹਨਾਂ ਵੱਲ ਵੇਖ ਕੇ ਇੰਨਾ ਕੁ ਪ੍ਰਭਾਵਿਤ ਹੋ ਗਿਆ ਕਿ ਉਸ ਨੂੰ ਆਪਣਾ ਪਿਤਾ ਭੁੱਲ ਗਿਆ। ਜਦੋਂ ਆਪਣਾ ਪਿਤਾ ਭੁੱਲ ਗਿਆ, ਹੁਣ ਉਹਨੂੰ ਇਸ ਗੱਲ ਦਾ ਗਿਆਨ ਨਹੀਂ ਨਾ ਜੀ ਉਹ ਬੱਚਾ ਹੈ। ਜੇ ਕੋਈ ਵੱਡਾ ਜਾਵੇ ਤੇ ਉਹ ਭੁੱਲਦਾ ਨਹੀਂ ਆਪਣੇ ਸਾਥੀਆਂ ਨੂੰ, ਇਸ ਕਰਕੇ ਕਿਉਂਕਿ ਉਹਨੂੰ ਗਿਆਨ ਹੋ ਗਿਆ ਕਿ ਭਾਈ ਆ ਮੇਲਾ ਇੱਕ ਰਾਤ ਦਾ ਹੈ, ਸਵੇਰੇ ਇੱਥੇ ਭੰਗੂੜੇ ਨਹੀਂ ਲੱਗੇ ਹੋਣੇ, ਸਵੇਰੇ ਇੱਥੇ ਦੁਕਾਨਾਂ ਨਹੀਂ ਲੱਗੀਆਂ ਹੋਣੀਆਂ ਮਠਿਆਈਆਂ ਦੀਆਂ ਜਾਂ ਖਿਡੌਣਿਆਂ ਦੀਆਂ। ਪਰ ਬੱਚੇ ਨੂੰ ਇਸ ਗੱਲ ਦਾ ਗਿਆਨ ਨਹੀਂ। ਤੇ ਸਾਡਾ ਜੀਵਨ ਜਿਹੜਾ ਉਹ ਗੁਰੂ ਪਿਆਰਿਓ ਇਸੇ ਅਗਿਆਨਤਾ ਤੇ ਖੜਾ ਹੈ, ਜਿਹਨੂੰ ਗੁਰਦੇਵ ਜੀ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾ ਅੰਧਾਰ ਹੈ, ਭਾਵ ਹਨੇਰਾ ਹੈ। ਕਾਹਦਾ? ਅਗਿਆਨ ਦਾ। ਤੇ ਉਸ ਅਗਿਆਨਤਾ ਦੇ ਹਨੇਰੇ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਆ ਜੀ ਜਿਵੇਂ ਇਹ ਸੰਸਾਰ ਨਾ ਜਿਹੜਾ ਮੇਲਾ ਹੈ ਇਹ ਸਦੀਵੀ ਰਹਿਣ ਵਾਲਾ, ਤੇ ਬਾਪ ਦਾ ਹੱਥ ਜਿਹੜਾ, ਬਾਪ ਦਾ ਪੱਲਾ ਸਾਡੇ ਕੋਲੋਂ ਛੁੱਟ ਜਾਂਦਾ ਆ, ਬਾਪ ਦਾ ਪੱਲਾ ਸਾਡੇ ਕੋਲੋਂ ਛੁੱਟ ਜਾਂਦਾ ਆ। ਹੁਣ ਜਦੋਂ ਉਹ ਬਾਪ, ਉਹ ਪਿਤਾ ਵਿਸਰ ਗਿਆ, ਉਦੋਂ ਅਸੀਂ ਇਸ ਮੇਲੇ ਦੇ ਵਿੱਚ ਬੈਠ ਗਏ। ਜਦੋਂ ਮੇਲੇ ਦੀ ਹੋਈ ਸਮਾਪਤੀ ਤੇ ਉਦੋਂ ਬੜਾ ਪਛਤਾਵਾ ਹੁੰਦਾ ਸਾਨੂੰ। ਜਦੋਂ ਸਵੇਰ ਹੋਈ, ਉਹ ਬੱਚਾ ਜਿਹੜਾ ਗਵਾਚਿਆ ਮੇਲੇ ਦੇ ਅੰਦਰ, ਜਦੋਂ ਸਵੇਰ ਹੋਈ ਤੇ ਉਹਦਾ ਬਾਪ ਲੱਭਿਆ ਨਹੀਂ, ਮੇਲੇ ਵਾਲਿਆਂ ਨੇ ਆਪਣਾ ਸਮਾਨ ਇਕੱਠਾ ਕੀਤਾ ਤੇ ਮੇਲੇ ਤੋਂ ਚਲੇ ਗਏ। ਫਰਕ ਸਿਰਫ ਇੰਨਾ, ਉਸ ਮੇਲੇ ਦੇ ਅੰਦਰ ਤੇ ਸਾਡੇ ਸੰਸਾਰ ਰੂਪੀ ਮੇਲੇ ਦੇ ਵਿੱਚ ਆਉਣ ਦਾ ਫਰਕ ਇੰਨਾ ਹੈ ਕਿ ਕਈ ਵਾਰਾਂ ਤੇ ਉਹ ਸੰਸਾਰਕ ਜਿਹੜੇ ਲੋਕ ਨੇ ਉਹ ਚਲੇ ਜਾਂਦੇ ਆ ਇਸ ਮੇਲੇ ਦੇ ਵਿੱਚੋਂ, ਤੇ ਕਈ ਵਾਰਾਂ ਵਾਰੀ ਸਾਡੀ ਆ ਜਾਂਦੀ ਇਸ ਮੇਲੇ ਦੇ ਵਿੱਚੋਂ ਜਾਣ ਦੀ। ਪਰ ਗੱਲ ਕੀ, ਦਸ਼ਾ ਕੀ ਹੋਈ? ਆਪਣੇ ਬਾਪ ਨੂੰ ਨਹੀਂ ਮਿਲੇ। ਹੁਣ ਇਹ ਅਗਿਆਨਤਾ ਹੈ ਸਾਡੇ ਅੰਦਰ, ਤੇ ਅਸਲ ਜਿਹੜਾ ਗਿਆਨ ਹੈ ਉਹਦੀ ਪ੍ਰਾਪਤੀ ਕਿਵੇਂ ਹੋਣੀ? ਗੁਰਦੇਵ ਜੀ ਕਹਿੰਦੇ ਆ ਅਗਿਆਨਤਾ ਮਨੁੱਖ ਦੀ ਇਸ ਤਰ੍ਹਾਂ ਦੀ ਹੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਕਹਿੰਦੇ ਜਿਹੜੇ ਨੇ ਛੱਡ ਜਾਣਾ ਹੈ ਮੇਲੇ ਨੇ, ਉਸ ਦਾ ਸ਼ਰਮ ਕਰਦਾ, ਭਾਵ ਉਹਨਾਂ ਦੇ ਨਾਲ ਜੁੜਿਆ ਰਹਿੰਦਾ, ਉਹਦੀ ਕਮਾਈ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ ਆਹਰਾਂ ਦੇ ਵਿੱਚ ਲੱਗਾ ਰਹਿੰਦਾ, ਮਿਹਨਤ ਕਰਦਾ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੈ,
ਸੰਗ ਸਹਾਈ ਤਿਸ ਪਰ ਹਰੈ, ਜੋ ਕੋਲ ਹੈ ਉਸ ਨੂੰ ਤਿਆਗਣਾ ਕਰਦਾ, ਉਸ ਨੂੰ ਜਾਣਦਾ ਨਹੀਂ। ਜਿਹੜਾ ਬਾਪ ਅੰਦਰ ਵਸਦਾ, ਜਿਹੜਾ ਪਿਤਾ ਅਕਾਲ ਪੁਰਖ ਪਰਮੇਸ਼ਰ ਅੰਦਰ ਵਸਦਾ, ਉਸ ਨੂੰ ਕਦੇ ਜਾਣਿਆ ਨਹੀਂ ਤੇ ਬਾਹਰ ਮੁਖੀ ਹੋ ਕੇ ਸਾਰਾ ਦਿਨ ਟੱਕਰਾਂ ਮਾਰਦਾ ਫਿਰਦਾ, ਭੱਜਿਆ ਫਿਰਦਾ ਹੈ। ਜਿਵੇਂ ਅੱਗੇ ਉਦਾਹਰਣ ਦਿੰਦੇ ਪਾਤਸ਼ਾਹ ਜੀ, ਕਹਿੰਦੇ ਗਰਤਪ ਚੰਦਨ ਲੇਪ ਉਤਾਰੈ ਧੋਏ। ਵਾਹਿਗੁਰੂ। ਗਰਤਪ ਪ੍ਰੀਤ ਭਸਮ ਸੰਗ ਹੋਏ। ਕਹਿੰਦੇ ਭਾਈ ਖੋਤੇ ਨੂੰ ਲਿਆ ਕੇ, ਹੁਣ ਖੋਤਾ ਅਗਿਆਨੀ ਆ, ਉਹਨੂੰ ਪਤਾ ਨਹੀਂ ਕਿ ਮੈਂ ਇਸ਼ਨਾਨ ਕਰ ਲਿਆ ਹੈ ਭਾਈ ਚੰਦਨ ਦੇ ਨਾਲ ਤੇ ਮੇਰੇ ਵਿੱਚੋਂ ਇੰਨੀਆਂ ਖੁਸ਼ਬੂਆਂ ਆ ਰਹੀਆਂ ਨੇ। ਕਹਿੰਦੇ ਚੰਦਨ ਲੇਪ ਉਤਾਰੈ ਧੋਏ, ਗਰਤਪ ਪ੍ਰੀਤ ਭਸਮ ਸੰਗ ਹੋਏ। ਇਹ ਉਸ ਦੀ ਅਗਿਆਨਤਾ ਹੈ ਜੀਵਨ ਦੀ। ਹੁਣ ਉਸ ਨੂੰ ਜੀਵਨ ਦੇ ਅੰਦਰ ਲਿਆ ਕੇ ਖੋਤੇ ਨੂੰ ਆਪਾਂ ਇਸ਼ਨਾਨ ਕਰਾਇਆ, ਬਹੁਤ ਸੋਹਣਾ ਇਸ਼ਨਾਨ ਕਰਾ ਕੇ, ਤੇ ਉਸ ਤੋਂ ਉਪਰੰਤ ਉਹਨੂੰ ਅਨੇਕਾਂ ਤਰ੍ਹਾਂ ਦੇ ਚੰਦਨ ਦੀਆਂ ਸੁਗੰਧੀਆਂ ਲਾ ਕੇ, ਹੋਰ ਤਰ੍ਹਾਂ ਦੇ ਇਤਰ ਲਾ ਕੇ ਤੇ ਉਸ ਨੂੰ ਸਜਾ ਦਿੱਤਾ। ਖੋਤੇ ਨੇ ਕੀ ਕੀਤਾ ਜੀ? ਕਹਿੰਦੇ ਗਰਤਪ ਪ੍ਰੀਤ ਭਸਮ ਸੰਗ ਹੋਏ। ਫਿਰ ਜਾ ਕੇ ਮਿੱਟੀ ਦੇ ਵਿੱਚ, ਭਸਮ ਦੇ ਵਿੱਚ, ਖੇਹ ਦੇ ਵਿੱਚ ਜਾ ਕੇ ਲੇਟਦਾ ਹੈ। ਜਿਵੇਂ ਇੱਕ ਸੁਪਨਾ ਬਣਿਆ ਸਾਡਾ ਇਹ ਆਉਣ ਜਾਣ, ਜਿਹੜਾ ਸੰਸਾਰ ਦੇ ਉੱਪਰ ਜਿਹੜਾ ਮੇਲਾ ਹੈ। ਹੁਣ ਜਦੋਂ ਸਾਨੂੰ ਇਸ ਗੱਲ ਦੀ ਸੋਝੀ ਹੋਵੇਗੀ, ਉਦੋਂ ਅਸੀਂ ਕਵਾਂਗੇ ਕਿ ਭਾਈ ਅਸਲੀ ਗਿਆਨ ਪ੍ਰਾਪਤ ਹੋ ਗਿਆ ਵਾ। ਇਸ ਲਈ ਗੁਰਦੇਵ ਜੀ ਕਹਿੰਦੇ ਗਿਆਨ ਨਾ ਗੱਲੀ ਢੂੰਡੀ ਐ। ਭਾਈ ਗੱਲਾਂ ਮਾਤਰ ਦੇ ਨਾਲ ਆਪਾਂ ਮੇਲੇ ਦੇ ਵਿੱਚ ਇਹ ਗਿਆਨ ਨਹੀਂ ਪ੍ਰਾਪਤ ਕਰ ਲਿਆ ਕਿ ਮੇਲੇ ਨੂੰ ਤਿਆਗ ਦੋ, ਮੇਲੇ ਨੂੰ ਤਿਆਗ ਕਰਕੇ ਤੇ ਅਸਲ ਬਾਪ ਦੀ ਉਂਗਲ ਫੜ ਕੇ ਰੱਖੀ। ਭਾਵੇਂ ਤੁਰਦੇ ਮੇਲੇ ਦੇ ਵਿੱਚ ਹੀ ਜਾਣਾ ਆ। ਜਿੰਨੀ ਉਮਰ, ਜਿੰਨੀ ਬੈਸ ਰੱਬ ਨੇ ਦਿੱਤੀ ਹੈ, ਇਸ ਬੈਸ ਨੂੰ, ਇਸ ਉਮਰ ਨੂੰ ਭੋਗਣਾ ਹੈ ਤੇ ਚੰਗੇ ਤਰੀਕੇ ਦੇ ਨਾਲ, ਸੁਚਾਰੂ ਢੰਗ ਦੇ ਨਾਲ ਜੀਵਨ ਨੂੰ ਗੁਰਮਤਿ ਦੇ ਅਨੁਸਾਰ ਚਲਾਉਣਾ ਹੈ। ਪਰ ਨਾਲ ਇਹ ਜ਼ਰੂਰ ਚੇਤਾ ਰੱਖਣਾ ਕਿ ਅਸਲ ਗਿਆਨ ਹੈ ਕਿ ਬਾਪ ਨੂੰ ਚੇਤੇ ਰੱਖਣਾ ਹੈ। ਜਿਹਨੂੰ ਗੁਰਦੇਵ ਜੀ ਕਹਿੰਦੇ ਗੱਗੈ, ਵਾਹਿਗੁਰੂ, ਗੰਗਾ ਗਿਆਨ ਬੂਝੈ ਜੇ ਕੋਈ, ਪੜਿਆ ਪੰਡਿਤ ਸੋਈ। ਸਰਬ ਜੀਆ ਮੈਂ ਏਕੋ ਜਾਣੈ, ਤਾਹੋ ਮੈਂ ਕਹੈ ਨਾ ਕੋਈ। ਕਹਿੰਦੇ ਭਾਈ ਪੰਡਿਤ ਉਹ ਹੈ, ਪੱਟੀ ਬਾਣੀ ਦੇ ਅੰਦਰ ਗੁਰਦੇਵ ਜੀ ਕਹਿੰਦੇ ਭਾਈ ਪੰਡਿਤ ਉਹ ਹੈ ਜਿਹੜਾ ਅਕਾਲ ਪੁਰਖ ਨੂੰ ਬੁੱਝ ਲਵੇ, ਜਿਹੜਾ ਅਸਲ ਗਿਆਨ ਨੂੰ ਬੁੱਝ ਲਵੇ ਕਿ ਭਾਈ ਸੰਸਾਰ ਦੇ ਵਿੱਚ ਕੁਝ ਦਿਨਾਂ ਦਾ ਮੇਲਾ ਬਣਿਆ ਹੈ। ਇਸ ਮੇਲੇ ਦੇ ਅੰਦਰ ਮੈਂ ਉਸ ਬ੍ਰਹਮ ਨੂੰ, ਉਸ ਜਿਹੜੇ ਨੇ ਸਾਡਾ ਧੁਰਾ ਹੈ, ਉਸ ਧੁਰੇ ਨੂੰ ਨਹੀਂ ਛੱਡਣਾ। ਜਦੋਂ ਇਹ ਗਿਆਨ ਜੀਵਨ ਦੇ ਵਿੱਚ ਆ ਗਿਆ ਨਾ ਜੀ, ਇਸ ਨੂੰ ਪਾਤਸ਼ਾਹ ਜੀ ਕਹਿੰਦੇ ਅਸਲੀ ਗਿਆਨ। ਹੁਣ ਜੀਵ ਅਸਲ ਕਾਰਜ ਕੀ ਕਰ ਰਿਹਾ ਇਸ ਗਿਆਨ ਦੀ ਪ੍ਰਾਪਤੀ ਵਾਸਤੇ? ਜਿੰਨੇ ਵੀ ਕੰਮ ਜੀਵ ਸੰਸਾਰ ਤੇ ਕਰ ਰਿਹਾ ਉਹਨਾਂ ਨੂੰ ਕਹਿੰਦੇ ਆ ਜੀ ਕਰਮ ਕਾਂਡ। ਕਿਸ ਕਿਸ ਤਰ੍ਹਾਂ ਦੇ? ਗੁਰਦੇਵ ਜੀ ਕਹਿੰਦੇ ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ। ਵਿਚਾਰ ਨੂੰ ਸਮਝਣ ਦਾ ਯਤਨ ਕਰਨਾ। ਇੱਥੇ ਪਾਤਸ਼ਾਹ ਜੀ ਇਹ ਸਮਝਾਉਂਦੇ ਪਏ ਆ ਕਿ ਭਾਈ ਸੰਸਾਰ ਦੇ ਮੇਲੇ ਦੇ ਵਿੱਚ ਬਹੁਤ ਕੁਝ ਧਾਰਮਿਕ ਤੌਰ ਤੇ ਚੰਗਾ ਵੀ ਹੋ ਰਿਹਾ ਤੇ ਬਹੁਤ ਕੁਝ ਅਧਾਰਮਿਕ ਤੌਰ ਤੇ ਮਾੜਾ ਵੀ ਹੋ ਰਿਹਾ। ਧਾਰਮਿਕ ਜਗਤ ਦੇ ਅੰਦਰ ਵੀ ਬਹੁਤ ਕੁਝ ਮਾੜਾ ਹੋ ਰਿਹਾ, ਬਹੁਤ ਕੁਝ ਚੰਗਾ ਵੀ ਹੋ ਰਿਹਾ। ਇਸ ਲਈ ਸੰਸਾਰ ਦੇ ਪੈਗੰਬਰਾਂ ਨੂੰ, ਸੰਸਾਰ ਦੇ ਜਿਹੜੇ ਲੋਕ ਅਵਤਾਰੀ ਪੁਰਖ ਆਏ ਨੇ, ਉਹ ਪੁਰਖਾਂ ਨੇ ਸਾਨੂੰ ਪਾਰ ਉਤਾਰਾ ਨਹੀਂ ਕਰਨਾ। ਕਹਿੰਦੇ ਉਹਨਾਂ ਦੇ ਗਿਆਨ ਨੇ ਪਾਰ ਉਤਾਰਾ ਕਰਨਾ। ਜੇ ਉਹਨਾਂ ਨੇ ਕੋਈ ਚੱਜ ਦੀ, ਕੋਈ ਗਿਆਨ ਦੀ ਗੱਲ ਦੱਸੀ ਹੈ ਤਾਂ ਉਸ ਗਿਆਨ ਨੇ ਸਾਡਾ ਪਾਰ ਉਤਾਰਾ ਕਰਨਾ। ਅਸਲ ਦੇ ਵਿੱਚ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਸੀ ਜੀਵ ਨੇ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨਾਨਕ ਨਿਰਭਉ ਨਿਰੰਕਾਰ, ਡਰ ਤੋਂ ਰਹਿਤ, ਆਕਾਰ ਤੋਂ ਰਹਿਤ ਇੱਕ ਅਕਾਲ ਪੁਰਖ ਕੇਵਲ ਇੱਕੋ ਹੀ ਹੈ। ਨਾਲੇ ਕਹਿੰਦੇ ਹੋਰ ਕੇਤੇ ਰਾਮ ਰਵਾਲ। ਕਹਿੰਦੇ ਭਾਈ ਆ ਜਿਹੜਾ ਅਵਤਾਰੀ ਪੁਰਖ ਰਾਮ ਹੋਇਆ ਨਾ ਅਯੁੱਧਿਆ ਦੇ ਅੰਦਰ, ਕਹਿੰਦੇ ਇਸ ਰਾਮ ਵਰਗੇ ਸੰਸਾਰ ਤੇ ਕਈ ਪੁਰਖ ਹੋ ਚੁੱਕੇ ਨੇ। ਰਵਾਲ ਕਹਿੰਦੇ ਆ ਖੇ ਹੋ ਗਏ ਨੇ ਬਾਅਦ ਦੇ ਵਿੱਚ। ਵਿਚਾਰ ਨੂੰ ਸਮਝਣਾ ਪਿਆਰ ਦੇ ਧਿਆਨ ਦੇ ਨਾਲ। ਕਹਿੰਦੇ ਭਾਈ ਉਹ ਸਰੀਰਕ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਆਏ
ਤੇ ਲੋਕ ਜਿਹੜੇ ਨੇ ਉਹਨਾਂ ਦੇ ਗਿਆਨ ਦੀ ਬਜਾਏ ਉਹਨਾਂ ਦੇ ਸਰੀਰ ਦੇ ਨਾਲ ਜੁੜ ਗਏ। ਉਹਨਾਂ ਦੇ ਸਰੀਰ ਦੀਆਂ ਮੂਰਤੀਆਂ ਬਣਾ ਕੇ ਪੂਜਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦਾ ਕਾਰਨ ਬਣਿਆ ਕਹਿੰਦੇ ਹੋਰ ਕਿਤੇ ਰਾਮ ਰਵਾਲ। ਕਹਿੰਦੇ ਉਹ ਜਿਹੜੇ ਰਾਮ ਜਿਨ੍ਹਾਂ ਨੂੰ ਅਸੀਂ ਪੂਜਣਾ ਸ਼ੁਰੂ ਕਰ ਦਿੱਤਾ, ਅਸਲ ਦੇ ਵਿੱਚ ਉਹਨਾਂ ਦੇ ਗਿਆਨ ਦੇ ਨਾਲ ਜੁੜਨਾ ਸੀ। ਉਹਨਾਂ ਦੇ ਕਿਸੇ ਸਦੀਵੀ ਜਿਹੜਾ ਉਹਨਾਂ ਦਾ ਗੁਣ ਹੈ, ਜਿਹੜਾ ਗਿਆਨ ਹੈ, ਜਿਨ੍ਹਾਂ ਦੇ ਰਾਹੀਂ ਸਾਨੂੰ ਸੰਸਾਰ ਤੋਂ ਇਸ ਭਵ ਸਾਗਰ ਦੇ ਵਿੱਚੋਂ ਪਾਰ ਉਤਾਰੇ ਵਾਲੀ ਜਿਹੜੀ ਅਵਸਥਾ ਪ੍ਰਾਪਤ ਹੋਣੀ ਆ, ਉਹਦੇ ਨਾਲ ਜੁੜਨਾ ਸੀ। ਪਰ ਅਸੀਂ ਜਿਹੜਾ ਉਹ ਰਾਮ ਦੇ ਨਾਲ ਜੁੜ ਗਏ ਤੇ ਇਸ ਲਈ ਪਾਤਸ਼ਾਹ ਜੀ ਕਹਿੰਦੇ ਹੋਰ ਕਿਤੇ ਰਾਮ ਰਵਾਲ। ਭਾਈ ਇੱਕ ਕਾਲ ਪੁਰਖ ਨੂੰ ਛੱਡ ਕੇ ਤੇ ਹੋਰ ਤੁਸੀਂ ਸੰਸਾਰ ਦੇ ਰਾਮ ਕ੍ਰਿਸ਼ਨ ਦੇ ਨਾਲ ਜੁੜ ਗਏ। ਕਿਉਂਕਿ ਅੱਗੇ ਕ੍ਰਿਸ਼ਨ ਦੀ ਗੱਲ ਕੀਤੀ, ਕਹਿੰਦੇ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ। ਇਹ ਕਹਿਣ ਦਾ ਜਿਹੜਾ ਕਾਰਨ ਹੈ, ਜਿਹੜੀ ਲੋੜ ਆ ਗੁਰੂ ਪਿਆਰਿਓ, ਇਹ ਬਣੀ ਕਿ ਸੰਸਾਰ ਦੇ ਲੋਕਾਂ ਨੇ ਕੇਵਲ ਅੱਜ, ਜਿਵੇਂ ਆਪਾਂ ਅੱਜ ਦੀ ਵੀ ਗੱਲ ਕਰ ਲਈਏ, ਆਪਣੀ ਵੀ ਗੱਲ ਵਿੱਚ ਕਰੀਏ ਕਿ ਅੱਜ ਜਿਵੇਂ ਆਪਾਂ ਪਾਤਸ਼ਾਹ ਜੀ ਦੀ ਬਾਣੀ ਦਾ ਇਹ ਜੋ ਖਜ਼ਾਨਾ 1430 ਅੰਗਾਂ ਦਾ, ਇਸ ਨੂੰ ਕੇਵਲ ਤੇ ਕੇਵਲ ਆਪਾਂ ਜਿਹੜਾ ਅਖੰਡ ਪਾਠ ਦੇ ਤੌਰ ਤੇ ਕੇਵਲ ਵਰਤਣਾ ਸ਼ੁਰੂ ਕਰ ਦਿੱਤਾ ਨਾ, ਇਹੋ ਹੀ ਵਿਚਾਰ ਉਸ ਸਮੇਂ ਦੀ ਆ ਕਿ ਉਸ ਸਮੇਂ ਦੇ ਲੋਕ ਕੇਵਲ ਉਸ ਰਾਮਾਇਣ ਦਾ ਜਿਹੜਾ ਗਿਆਨ ਹੈ, ਜੋ ਵੀ ਉਹਦੇ ਅੰਦਰ ਜੋ ਛੁਪਿਆ ਹੈ, ਉਸ ਰਹੱਸ ਨੂੰ ਸਮਝਣ ਦੀ ਬਜਾਏ ਉਸ ਰਾਮਾਇਣ ਨੂੰ ਕੇਵਲ ਪੜ੍ਹਨ ਦੇ ਵਿੱਚ ਜਾਂ ਮਹਾਭਾਰਤ ਨੂੰ ਕੇਵਲ ਪੜ੍ਹਨ ਦੇ ਵਿੱਚ ਤੇ ਪੜ੍ਹ ਕੇ ਤੇ ਉਹਦਾ ਪਾਠ ਕਰਨ ਦੇ ਵਿੱਚ, ਉਹਨੂੰ ਬਾਰ-ਬਾਰ ਪੜ੍ਹਨ ਦੇ ਵਿੱਚ ਹੀ ਸੀਮਤ ਰਹਿ ਗਏ ਸਨ। ਇਸ ਲਈ ਗੁਰਦੇਵ ਜੀ ਅਗਲੀ ਪੰਕਤੀ ਵਿੱਚ ਬਚਨ ਕਰਦੇ, ਕਹਿੰਦੇ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ। ਕਹਿੰਦੇ ਭਾਈ ਇੱਕ ਕਾਲ ਪੁਰਖ ਦੇ ਨਾਲ ਜੇ ਨਹੀਂ ਜੁੜੇ ਤਾਂ ਸੰਸਾਰ ਤੇ ਕਿੰਨੀਆਂ ਹੀ ਕਨ੍ਹਈਆ ਦੀਆਂ, ਕ੍ਰਿਸ਼ਨ ਦੀਆਂ ਕਹਾਣੀਆਂ ਬਣੀਆਂ ਨੇ ਮਹਾਭਾਰਤ ਦੇ ਅੰਦਰ, ਤੇ ਕਿੰਨੇ ਹੀ ਵੇਦਾਂ ਦੇ ਵਿਚਾਰ ਨੇ ਸੰਸਾਰ ਦੇ ਅੰਦਰ। ਭਾਵ ਜੇ ਨਹੀਂ ਜੁੜੇ ਅਕਾਲ ਪੁਰਖ ਦੇ ਨਾਲ, ਜੇ ਗਿਆਨ ਨਹੀਂ ਪ੍ਰਾਪਤ ਹੋਇਆ, ਭਾਵ ਗੱਲਾਂ ਦੇ ਨਾਲ ਨਹੀਂ ਗਿਆਨ। ਜੇ ਰਾਮ ਦੀਆਂ ਗੱਲਾਂ ਕੀਤੀਆਂ, ਜੇ ਕ੍ਰਿਸ਼ਨ ਦੀਆਂ ਕਹਾਣੀਆਂ ਸੁਣੀਆਂ, ਭਾਵ ਜੀਵਨ ਦੇ ਵਿੱਚ ਨਹੀਂ ਕੁਝ ਵਸਾਇਆ, ਤੇ ਕਹਿੰਦੇ ਗਿਆਨ ਨਾ ਗੱਲੀ ਢੂੰਡੀਏ। ਇਸ ਪੰਕਤੀ ਦੇ ਨਾਲ ਆਪਾਂ ਜੁੜੇ ਰਹੀਏ, ਕਿਉਂਕਿ ਸਾਰੀਆਂ ਪੰਕਤੀਆਂ ਜਿਹੜੀਆਂ ਨਾ ਉਹ ਕਰਮਕਾਂਡ ਦੱਸ ਕੇ ਗੁਰਦੇਵ ਜੀ ਅਖੀਰ ਤੇ ਕਹਿੰਦੇ ਭਾਈ ਇਹਨਾਂ ਕਰਮਕਾਂਡਾਂ ਦੇ ਵਿੱਚ ਨਹੀਂ ਗਿਆਨ, ਅਸਲ ਦੇ ਵਿੱਚ ਜੇ ਇਹਨਾਂ ਦੇ ਰਾਹੀਂ ਕੋਈ ਸਿੱਖਿਆ ਲੈਂਦਾ, ਕੁਝ ਜੀਵਨ ਦੇ ਵਿੱਚ ਵਸਾਉਂਦਾ, ਤੇ ਫੇਰ ਕਿਸੇ ਗੱਲ ਦਾ ਗਿਆਨ ਪ੍ਰਾਪਤ ਹੋਣਾ ਸੀ। ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ। ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ, ਜਿਤ ਤਨ ਪਾਈ ਇਹ ਨਾਨਕਾ ਉਸੇ ਤਨ ਹੋਵੇ ਸ਼ਾਰ। ਹੁਣ ਸਮੁੱਚੇ ਸ਼ਲੋਕ ਵਿੱਚ ਗੁਰਦੇਵ ਜੀ ਅੱਗੇ ਦੱਸਦੇ, ਕਹਿੰਦੇ ਭਾਈ ਇਹ ਜਿਹੜਾ ਸੰਸਾਰ ਦੇ ਵਿੱਚ ਰਾਸ ਧਾਰੀ ਆਉਂਦੇ ਨੇ ਨਾ, ਰਾਸ ਪਾਉਣ ਵਾਸਤੇ, ਕਿਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੇ ਆਏ ਕੱਢੇ ਬਾਜ਼ਾਰ। ਲੋਕਾਂ ਨੇ ਆ ਕੇ ਧਾਰਮਿਕ ਤੌਰ ਦੇ ਜਿਹੜੀਆਂ ਝਾਂਕੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਭਾਵ ਆਪਣਾ ਜਿਹੜਾ ਧਾਰਮਿਕ ਇਤਿਹਾਸ ਜਾਂ ਮਿਥਿਹਾਸ ਕਹਿ ਲਈਏ, ਉਸ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ, ਆਪਣੇ ਆਪ ਨੂੰ ਅਵਤਾਰੀ ਪੁਰਖਾਂ ਵਰਗਾ ਸਰੂਪ ਬਣਾ ਕੇ। ਪਰ ਕਹਿੰਦੇ ਕੀ ਪ੍ਰਾਪਤ ਹੋਇਆ? ਗੁਰਦੇਵ ਜੀ ਕਹਿੰਦੇ ਜੀਵਨ ਦੇ ਵਿੱਚ ਕੀ ਪ੍ਰਾਪਤ ਹੋਇਆ? ਉਹਨਾਂ ਵਰਗੇ ਸਰੂਪ ਬਣਾ ਕੇ, ਰਾਮ ਵਰਗੇ, ਕ੍ਰਿਸ਼ਨ ਵਰਗੇ ਸਰੂਪ ਬਣਾ ਕੇ, ਤੇ ਅਸੀਂ ਸੜਕਾਂ ਦੇ ਉੱਪਰ ਆ ਕੇ ਤੇ ਇਹਨਾਂ ਦੇ ਜਿਹੜੇ ਜੀਵਨ ਦੇ ਕਰਮ ਨੇ ਉਹ ਦਿਖਾਉਣੇ ਸ਼ੁਰੂ ਕਰ ਦਿੱਤੇ। ਜਿਹੜਾ ਇਤਿਹਾਸ ਜਾਂ ਮਿਥਿਹਾਸ ਹੈ ਰਾਮਾਇਣ ਜਾਂ ਮਹਾਭਾਰਤ ਦਾ, ਕਹਿੰਦੇ ਉਹ ਅਸੀਂ ਦਿਖਾਉਣਾ ਸ਼ੁਰੂ ਕਰ ਦਿੱਤਾ। ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਭਾਵ ਕਈ ਤਰ੍ਹਾਂ ਦੇ ਜਿਹੜੇ ਵਚਨ, ਜਿਹੜੇ ਵਾਕ ਬੋਲੇ ਜਾਂਦੇ, ਡਾਇਲੋਗ ਬੋਲੇ ਜਾਂਦੇ ਆ, ਉਹ ਆਪਣੇ ਪੈਗੰਬਰਾਂ ਦਾ ਸਰੂਪ ਬਣਾ ਕੇ ਤੇ ਕਈ ਤਰ੍ਹਾਂ ਦੇ ਮਹਿੰਗੇ ਮਹਿੰਗੇ ਗਲਾਂ ਦੇ ਵਿੱਚ, ਕੰਨਾਂ ਦੇ ਵਿੱਚ, ਨੱਕ ਦੇ ਵਿੱਚ ਕਈ ਤਰ੍ਹਾਂ ਦੇ ਗਹਿਣੇ, ਕਈ ਤਰ੍ਹਾਂ ਦੇ ਹਾਰ ਪਾ ਕੇ ਤੇ ਆਪਣੇ ਅਵਤਾਰੀ ਪੁਰਖਾਂ ਵਰਗਾ ਸਰੂਪ ਬਣਾ ਕੇ ਜਿਹੜੇ ਉਹ ਲੋਕ ਸੰਸਾਰ ਦੇ ਵਿੱਚ ਆ ਕੇ ਲੋਕਾਂ ਨੂੰ ਦਿਖਾਉਣ ਲੱਗ ਪਏ। ਇੱਥੇ ਕਹਿਣ ਤੋਂ ਭਾਵ ਇਹ ਹੈ ਗੁਰੂ ਪਿਆਰਿਓ, ਬਚਨ ਨੂੰ
ਸਮਝਦਾਰੀ ਦੇ ਨਾਲ ਗੁਰੂ ਦੀ ਮੱਤ ਨੂੰ ਸਮਝਣ ਦਾ ਯਤਨ ਕਰਨਾ। ਗੁਰਦੇਵ ਜੀ ਇੱਥੇ ਇਹ ਕਹਿਣਾ ਕਰਦੇ ਨੇ ਕਿ ਭਾਈ ਉਸ ਜਿਹੜੀ ਕਹਾਣੀਆਂ ਨੇ, ਉਹ ਜਿਹੜੀਆਂ ਕਹਾਣੀਆਂ ਰਾਮ ਜਾਂ ਕ੍ਰਿਸ਼ਨ ਦੀਆਂ ਬਣੀਆਂ ਨੇ, ਜਾਂ ਧਾਰਮਿਕ ਜਗਤ ਦੀਆਂ ਜਿੰਨੀਆਂ ਵੀ ਕਹਾਣੀਆਂ ਜੋ ਇਤਿਹਾਸ ਜਾਂ ਮਿਥਿਹਾਸ ਹੈ, ਅਸਲ ਗੱਲ ਜੀਵਨ ਦੀ ਤਾਂ ਸੀ ਜੇ ਉਹਦੇ ਕੋਲੋਂ ਕੋਈ ਸਿੱਖਿਆ ਲੈਂਦਾ, ਕੋਈ ਪੜ੍ਹ ਕੇ ਤੂੰ ਜੀਵਨ ਦੇ ਵਿੱਚ ਸਿੱਖਦਾ। ਭਾਵ ਇਹ ਨਹੀਂ ਕਿ ਤੂੰ ਆਪਣੇ ਕੰਮ ਵਾਸਤੇ ਲੋਕਾਂ ਨੂੰ ਵਿਖਾਉਣਾ ਸ਼ੁਰੂ ਕਰ ਦਿੰਦਾ, ਕਿਉਂਕਿ ਅੱਗੇ ਵੀ ਬਚਨ ਆਉਂਦਾ ਅਗਲੇ ਪੌੜੀ ਤੋਂ ਜਿਹੜਾ ਉਪਰੰਤ ਜਿਹੜੀ ਅਗਲੀ ਪੌੜੀ ਹੈ ਉਹਦੇ ਵਿੱਚ ਵੀ ਗੁਰਦੇਵ ਜੀ ਇਹੋ ਗੱਲ ਨੂੰ ਜ਼ਿਆਦਾ ਸਪਸ਼ਟ ਤੌਰ ਤੇ ਖੋਲ ਕੇ ਸਮਝਾਉਂਦੇ। ਉਹ ਆਪਾਂ ਅੱਗੇ ਵਿਚਾਰ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ। ਕਹਿੰਦੇ ਇਹਨਾਂ ਕਾਰਜਾਂ ਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ ਭਾਈ। ਜਿਹੜੇ ਤਨ ਦੇ ਉੱਤੇ ਆ ਗਹਿਣੇ ਪਾਏ ਆ, ਜਿਹੜਾ ਕ੍ਰਿਸ਼ਨ ਦਾ ਸਰੂਪ ਬਣਾਇਆ, ਇੱਕ ਤੇ ਉਹ ਜਿਹੜਾ ਕ੍ਰਿਸ਼ਨ ਜਿਹੜਾ ਅਵਤਾਰੀ ਪੁਰਖ ਹੋਇਆ ਤੇ ਜਿਹੜਾ ਰਾਮ ਅਵਤਾਰੀ ਪੁਰਖ ਹੋਇਆ, ਇੱਕ ਤੇ ਉਹਨਾਂ ਦਾ ਵੀ ਸਰੀਰ ਸ਼ਾਰ ਭਾਵ ਖੇ ਹੋ ਗਿਆ, ਮਿੱਟੀ ਹੋ ਗਿਆ। ਤੇ ਜਿਹੜੇ ਸਰੀਰ ਤੇ ਗਹਿਣੇ ਪਾ ਕੇ ਤੁਸੀਂ ਕ੍ਰਿਸ਼ਨ ਦਾ ਰਾਮ ਦਾ ਸਰੂਪ ਬਣਾ ਕੇ ਦਿਖਾ ਰਹੇ ਹੋ ਲੋਕਾਂ ਨੂੰ, ਇਹ ਵੀ ਤੁਹਾਡਾ ਖੇ ਹੋ ਜਾਵੇਗਾ ਸਰੀਰ। ਇਸ ਲਈ ਗਿਆਨ ਨਾ ਗੱਲੀ ਢੂੰਡੀ ਐ, ਕਥਨਾ ਕਰੜਾ ਸਾਰ। ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਇਸ ਲਈ ਅਖੀਰਲੀਆਂ ਸ਼ਲੋਕ ਦੀਆਂ ਪੰਕਤੀਆਂ ਦੇ ਵਿੱਚ ਗੁਰਦੇਵ ਜੀ ਕਹਿੰਦੇ, ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ। ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਭਾਵੇਂ ਇਹਨਾਂ ਗੱਲਾਂ ਦੇ ਨਾਲ ਜਾਂ ਸੰਸਾਰ ਦੇ ਵਿੱਚ ਆ ਕੇ ਆਪਣੇ ਅਵਤਾਰੀ ਪੁਰਖਾਂ ਵਰਗੇ ਜਿਹੜੇ ਸਰੂਪ ਬਣਾਉਣ ਦੇ ਨਾਲ ਜਾਂ ਉਹਨਾਂ ਦੇ ਬਚਨ ਕਹਿਣ ਦੇ ਨਾਲ, ਉਹਨਾਂ ਦੇ ਜਿਹੜੇ ਵਾਕ ਨੇ, ਉਹਨਾਂ ਦੇ ਡਾਇਲੋਗ ਆਪਣੇ ਮੂੰਹ ਤੋਂ ਕਹਿਣ ਦੇ ਨਾਲ ਕੇਵਲ ਗਿਆਨ ਦੀ ਪ੍ਰਾਪਤੀ ਨਹੀਂ ਹੋ ਜਾਣੀ। ਜਿਵੇਂ ਜੇ ਕ੍ਰਿਸ਼ਨ ਨੇ ਗੀਤਾ ਦੇ ਅੰਦਰ ਕਿਸੇ ਪ੍ਰਕਾਰ ਦਾ ਉਪਦੇਸ਼ ਦਿੱਤਾ ਤੇ ਜਿਹੜੇ ਰਾਸਧਾਰੀ ਨੇ ਉਹ ਗਹਿਣੇ ਪਾ ਕੇ ਕ੍ਰਿਸ਼ਨ ਦਾ ਸਰੂਪ ਬਣਾ ਕੇ ਸਿਰ ਦੇ ਵਿੱਚ ਮੋਰ ਦਾ ਪੰਖ ਲਗਾ ਕੇ ਤੇ ਉਹ ਉਹਦਾ ਦੇ ਬਚਨ ਕਰਦੇ ਨੇ, ਭਾਵ ਕੇਵਲ ਕਹਿਣ ਦੀ ਗੱਲ ਹੈ, ਆਪਣੇ ਜੀਵਨ ਦੇ ਵਿੱਚ ਨਹੀਂ ਵਸਾਉਂਦੇ। ਜੇ ਉਹ ਕ੍ਰਿਸ਼ਨ ਦੀ ਕਿਸੇ ਵੀ ਗੱਲ ਨੂੰ ਜਾਂ ਵੇਦਾਂ ਦੀ ਕਿਸੇ ਵੀ ਗੱਲ ਨੂੰ ਜਾਂ ਰਾਮ ਦੀ ਕਿਸੇ ਵੀ ਗੱਲ ਨੂੰ ਜੀਵਨ ਦੇ ਵਿੱਚ ਵਸਾ ਲੈਂਦੇ ਤਾਂ ਉਹਨਾਂ ਦੇ ਜੀਵਨ ਹੋਰ ਦੇ ਹੋਰ ਹੋ ਜਾਣੇ ਸੀ, ਉਹਨਾਂ ਨੂੰ ਅਸਲ ਗਿਆਨ ਦੀ ਪ੍ਰਾਪਤੀ ਹੋ ਜਾਣੀ ਸੀ। ਇੱਥੇ ਗੁਰੂ ਪਿਆਰਿਓ ਕਿਸੇ ਵੀ ਧਰਮ ਦੀ ਜਾਂ ਕਿਸੇ ਵੀ ਅਵਤਾਰ ਦੀ ਕਿਸੇ ਪ੍ਰਕਾਰ ਦੀ ਜਾਂ ਨਿੰਦਾ ਜਾਂ ਕਹਿ ਲਈਏ ਕੋਈ ਮੰਦਾ ਬਚਨ ਨਹੀਂ। ਕੇਵਲ ਗੱਲ ਇੰਨੀ ਹੈ, ਕਹਿੰਦੇ ਸਾਰੇ ਅਵਤਾਰਾਂ ਦੇ ਪਾਸੋਂ ਅਸੀਂ ਜੀਵਾਂ ਨੇ ਇਹ ਸਿੱਖਣਾ ਸੀ ਕਿ ਭਾਈ ਜੀਵਨ ਦੇ ਵਿੱਚ ਅਕਾਲ ਪੁਰਖ ਦਾ ਅਸਲ ਗਿਆਨ ਕਿਹਨੂੰ ਕਹਿੰਦੇ। ਪਰ ਅਸੀਂ ਅਸਲ ਕਾਰਜ ਕੀ ਕੀਤਾ, ਉਹਨਾਂ ਦੇ ਸ਼ਰੀਰਾਂ ਦੇ ਸਰੂਪ ਮੂਰਤੀਆਂ ਬਣਾ ਕੇ ਪੂਜਣੇ ਆਰੰਭ ਕੀਤੇ ਕਿ ਭਾਈ ਇਸੇ ਨੂੰ ਹੀ ਰਾਮ ਆਂਦੇ। ਰਾਮ ਉਸ ਨੂੰ ਨਹੀਂ ਆਂਦੇ, ਰਾਮ ਅਸਲ ਦੇ ਵਿੱਚ ਜਿਹੜਾ ਅੰਦਰ ਉਹਦੇ ਗਿਆਨ ਵਸਿਆ ਸੀ, ਜਿਹੜਾ ਉਹਨਾਂ ਗੀਤਾ ਦੇ ਵਿੱਚ ਜਾਂ ਰਮਾਇਣ ਦੇ ਵਿੱਚ ਜਾਂ ਵੇਦਾਂ ਦੇ ਅੰਦਰ ਜਿਹੜਾ ਗਿਆਨ ਦਿੱਤਾ, ਉਸ ਗਿਆਨ ਨੂੰ ਸਮਝ ਕੇ ਤੇ ਜੀਵਨ ਨੂੰ ਚੰਗਾ ਸੁਚਾਰੂ ਬਣਾਉਣਾ ਸੀ। ਜੀਵਨ ਦੇ ਵਿੱਚ ਇਸ ਗੱਲ ਦਾ ਗਿਆਨ ਪ੍ਰਾਪਤ ਕਰਨਾ ਸੀ ਕਿ ਭਾਈ ਅਸੀਂ ਵਿਛੜੇ ਕਿਹਦੇ ਤੋਂ ਆ ਤੇ ਜੁੜਨਾ ਕਿਹਦੇ ਨਾਲ ਹੈ। ਖੈਰ ਹੁਣ ਗੁਰਦੇਵ ਜੀ ਕਹਿੰਦੇ ਇਹ ਜਿਹੜਾ ਗਿਆਨ ਹੈ ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਹਿਕਮਤ ਹੁਕਮ ਕਹਿੰਦੇ ਹੋਰ ਅਸੀਂ ਜਿਹੜੇ ਵੀ ਤਰ੍ਹਾਂ ਦੇ ਹੀਲੇ ਵਸੀਲੇ ਕਰ ਰਹੇ ਹਾਂ, ਇਹ ਗਿਆਨ ਦੀ ਪ੍ਰਾਪਤੀ ਦੇ ਹੋਸ਼ੇ ਜਾਂ ਖੁਆਰ ਕਰਨ ਵਾਲੇ ਆ, ਭਾਵ ਇਹਨਾਂ ਤੋਂ ਬਾਅਦ ਪ੍ਰਾਪਤੀ ਕੋਈ ਨਹੀਂ ਹੋਣੀ। ਕਰਮ ਮਿਲੈ ਤਾਂ ਪਾਈਐ, ਭਾਵ ਜਦੋਂ ਬਖਸ਼ਿਸ਼ ਹੋ ਜਾਵੇ ਅਕਾਲ ਪੁਰਖ ਦੀ, ਕੇਵਲ ਅਰਦਾਸ ਕਰੀਏ ਕਿ ਭਾਈ ਮੈਨੂੰ ਅਸਲ ਗਿਆਨ ਦੀ ਪ੍ਰਾਪਤੀ ਹੋ ਜਾਵੇ। ਤੇ ਅਸਲ ਗਿਆਨ ਦੀ ਪ੍ਰਾਪਤੀ ਗੁਰੂ ਪਿਆਰਿਓ ਅਗਲੀ ਪੌੜੀ ਵਿੱਚ ਪਾਤਸ਼ਾਹ ਜੀ ਦੱਸਦੇ, ਇਹ ਜੋ ਚੌਥੀ ਪੌੜੀ ਹੈ, ਗੁਰਦੇਵ ਜੀ ਨੇ ਦੋਵਾਂ ਸ਼ਲੋਕਾਂ ਦੇ ਵਿਚਾਰ ਦਾ ਮੁਕੰਮਲ ਸਰੂਪ ਜਿਹੜਾ ਉਹ ਸਪਸ਼ਟ ਤੌਰ ਤੇ ਪੌੜੀ ਦੇ ਵਿੱਚ ਜਿਹੜਾ ਸਾਡੇ ਸਾਹਮਣੇ ਰੱਖ ਦਿੱਤਾ। ਕਹਿੰਦੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਈਐ। ਵਾਹਿਗੁਰੂ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਕਹਿੰਦੇ ਭਾਈ ਹੁਣ ਜਿਹੜਾ ਗਿਆਨ ਹੈ ਉਹ ਤਾਂ ਪ੍ਰਾਪਤ ਹੋਣਾ ਜੇ ਸੱਚੇ ਗੁਰੂ ਦੀ ਪ੍ਰਾਪਤੀ ਹੋ ਜਾਵੇ। ਜੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ ਤੇ ਸਤਿਗੁਰੂ ਦੇ ਪਾਸੋਂ ਹੁਣ ਇਹ ਗਿਆਨ ਪ੍ਰਾਪਤ ਹੋ ਸਕਦਾ ਕਿ ਜੀਵ ਅਸਲ ਦੇ ਵਿੱਚ ਹੈ ਕੀ, ਅਸੀਂ ਜੁੜਨਾ ਕਿਹਦੇ ਨਾਲ ਆ।
ਤੇ ਇਹ ਜੇ ਨਦਰ ਹੋਵੇ ਅਕਾਲ ਪੁਰਖ ਦੀ ਆਪਣੀ, ਭਾਵ ਬਖਸ਼ਿਸ਼ ਹੋ ਜਾਵੇ, ਤਾਂ ਫਿਰ ਸੱਚਾ ਗੁਰੂ ਸਤਿਗੁਰੂ ਪ੍ਰਾਪਤ ਹੁੰਦਾ। ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਕਹਿੰਦੇ ਇਹ ਜਿਹੜਾ ਜਿੰਦ ਹੈ, ਜੀਓ ਹੈ, ਜਿਹੜੀ ਆਤਮਾ ਹੈ, ਬੜੇ ਜਨਮਾਂ ਤੋਂ ਭਰਮਦੀ ਆ ਰਹੀ ਆ, ਤੇ ਬੜੇ ਜਨਮਾਂ ਦੇ ਵਿੱਚ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਨਗਾ, ਅਨੇਕਾਂ ਜੂਨਾਂ ਧਾਰ ਕੇ ਹੁਣ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਜੀ। ਤੇ ਮਨੁੱਖਾ ਜਨਮ ਦੇ ਵਿੱਚ ਜੀਵ ਦੀ ਐਸੀ ਦਸ਼ਾ ਬਣ ਗਈ, ਜਿਵੇਂ ਆਪਾਂ ਵਿਚਾਰ ਸਾਂਝੀ ਕੀਤੀ ਕਿ ਮੇਲੇ ਦੇ ਵਿੱਚ ਆਏ ਆ ਤੇ ਮੇਲੇ ਦੇ ਪਦਾਰਥ ਵੇਖ ਕੇ ਤੇ ਬਾਪ ਦਾ, ਪਿਤਾ ਦਾ ਹੱਥ ਸਾਡੇ ਹੱਥ ਚੋਂ ਛੁੱਟ ਗਿਆ ਵਾ। ਹੁਣ ਉਸ ਪਿਤਾ ਦੇ ਬਾਰੇ ਸਾਨੂੰ ਪਹਿਲਾਂ ਗਿਆਨ ਹਾਸਲ ਕਰਨਾ ਪਵੇਗਾ ਕਿ ਭਾਈ ਪਿਤਾ ਨੂੰ ਕਿਵੇਂ ਲੱਭਿਆ ਜਾਵੇ। ਮਾਫ ਕਰਨਾ, ਇੱਥੇ ਪਿਤਾ ਨਹੀਂ ਗਵਾਚਿਆ, ਗਵਾਚੇ ਅਸੀਂ ਆ ਮੇਲੇ ਦੇ ਵਿੱਚ। ਤੇ ਜਦੋਂ ਮੇਲੇ ਦੇ ਵਿੱਚ ਅਸੀਂ ਗਵਾਚ ਜਾਈਏ ਨਾ, ਤੇ ਫਿਰ ਸਾਨੂੰ ਪਹਿਲਾਂ ਇਹ ਪਤਾ ਕਰਨਾ ਪੈਂਦਾ ਕਿ ਭਾਈ ਮੈਂ ਆਪਣੇ ਪਿਤਾ ਨੂੰ ਜਾ ਕੇ ਮਿਲਾਂ ਕਿਵੇਂ। ਤੇ ਇਹੋ ਗੱਲ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਕਿ ਭਾਈ ਮੇਲਾ ਛੱਡ ਤੇ ਗੁਰੂ ਦੇ ਕੋਲ ਆ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਤੇ ਗੁਰੂ ਤੈਨੂੰ ਇਹ ਦੱਸੇਗਾ ਭਾਈ ਕਿ ਪਿਤਾ ਨੂੰ ਦੁਬਾਰਾ ਕਿਵੇਂ ਮਿਲਿਆ ਜਾ। ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ, ਆ ਜਿਹੜਾ ਸ਼ਬਦ ਦੀ ਵਿਚਾਰ ਆਪਾਂ ਕਰ ਰਹੇ ਹਾਂ, ਕਹਿੰਦੇ ਇਸ ਸ਼ਬਦ ਦੀ ਵਿਚਾਰ ਦੇ ਰਾਹੀਂ ਹੀ ਇਸ ਗੱਲ ਦਾ ਪਤਾ ਲੱਗੇਗਾ ਕਿ ਭਾਈ ਪਿਤਾ ਵਸਦਾ ਕਿੱਥੇ ਆ ਤੇ ਉਸ ਪਿਤਾ ਨੂੰ ਮਿਲਿਆ ਕਿਵੇਂ ਜਾ ਸਕਦਾ। ਜਿਵੇਂ ਬਚਨ ਆਪਾਂ ਪੜ੍ਹਿਆ ਨਾ ਜੀ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀ, ਕਿ ਸਤਿਗੁਰੂ ਨੇ ਮੈਨੂੰ ਸ਼ਬਦ ਦਿੱਤਾ, ਮੇਰੇ ਤੇ ਬਖਸ਼ਿਸ਼ ਕੀਤੀ, ਮੈਨੂੰ ਬਾਣੀ ਦੇ ਨਾਲ ਜੋੜ ਦਿੱਤਾ। ਤੇ ਇਸ ਬਾਣੀ ਦੇ ਵਿੱਚ ਇਹ ਅਥਾਹ ਖਜ਼ਾਨਾ, ਅਥਾਹ ਸਮੁੰਦਰ ਹੈ, ਜਿਸ ਦੇ ਰਾਹੀਂ ਅਸੀਂ ਇਹ ਸਮਝ ਸਕਦੇ ਹਾਂ ਕਿ ਭਾਈ ਆਪਣੇ ਪਿਤਾ ਦੇ ਨਾਲ ਕਿਵੇਂ ਮਿਲਿਆ ਜਾਣਾ। ਗੁਰਦੇਵ ਜੀ ਕਹਿੰਦੇ ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਕਹਿੰਦੇ ਸਾਰੇ ਲੋਕੋਂ ਕੰਨ ਲਾ ਕੇ ਸੁਣ ਲਓ, ਸਭ ਸੁਣਿਓ ਲੋਕ ਸਬਾਇਆ। ਸਾਰੇ ਸੰਸਾਰ ਦੇ ਲੋਕ ਇਹ ਗੱਲ ਕੰਨ ਲਾ ਕੇ ਸੁਣ ਲੈਣ ਕਿ ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਤਿਗੁਰ ਦੇ ਵਰਗਾ ਦਾਤਾ ਨਹੀਂ ਕੋਈ ਸੰਸਾਰ ਤੇ ਹੋ ਸਕਦਾ। ਕਾਰਨ ਕੀ? ਸੰਸਾਰ ਦੇ ਲੋਕ ਸਾਨੂੰ ਇਹ ਦਾਤਾਂ ਦੇ ਸਕਦੇ ਨੇ, ਕੋਈ ਸਾਨੂੰ ਕੋਈ ਮਾਇਆ ਦਾਨ ਕਰ ਸਕਦਾ, ਕਿਸੇ ਪ੍ਰਕਾਰ ਦੇ ਰੱਥ, ਘੋੜੇ, ਸੋਹਣੀਆਂ ਸੇਜਾਂ, ਸੋਹਣੇ ਮੰਦਰ, ਫੁੱਲ, ਹੋਰ ਕਈ ਪਦਾਰਥ ਦੇ ਹੀਰੇ ਮੋਤੀ ਜਵਾਹਰਾਤ ਸਾਨੂੰ ਦਾਨ ਕਰ ਸਕਦਾ ਹੈ। ਪਰ ਗੱਲ ਕੀ, ਜਦੋਂ ਜਿੰਦ ਨਿਕਲੀ ਸਰੀਰ ਦੇ ਵਿੱਚੋਂ ਤੇ ਜਿੰਨੇ ਮਰਜੀ ਸਰੀਰ ਤੇ ਗਹਿਣੇ ਪਾਏ ਹੋਣ ਉਹ ਸੁਆਹ ਹੋ ਜਾਂਦੇ, ਜਿੰਨੇ ਮਰਜੀ ਮਹਿਲ ਮਾੜੀਆਂ ਹੋਣ ਉਹਨਾਂ ਦੇ ਵਿੱਚ ਅਸੀਂ ਰਹਿ ਨਹੀਂ ਸਕਦੇ। ਗੁਰੂ ਇਸ ਕਰਕੇ ਸਭ ਤੋਂ ਵੱਡਾ ਦਾਤਾ, ਗੁਰੂ ਨੇ ਜੀ ਦਾਨ ਦੇਣਾ ਹੈ ਸਿੱਖ ਨੂੰ। ਸਤਿਗੁਰੂ ਜਿਹੜਾ ਉਹ ਮਰੇ ਹੋਏ ਨੂੰ ਵੀ ਜਿਉਂਦਾ ਕਰ ਸਕਦਾ, ਮੋਇਆਂ ਦੇ ਵਿੱਚ ਜਾਨ ਪਾ ਸਕਦਾ ਹੈ। ਗੁਰੂ ਨੇ ਸਾਨੂੰ ਅਮਰ ਕਰ ਦਿੱਤਾ, ਖਾਲਸਾ ਬਣਾ ਦਿੱਤਾ, ਅੰਮ੍ਰਿਤ ਦੀ ਦਾਤ ਦੇ ਦਿੱਤੀ। ਇਸ ਲਈ ਗੁਰੂ ਸਭ ਤੋਂ ਵੱਡਾ ਦਾਤਾ ਸਤਿਗੁਰੂ ਹੈ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਅਖੀਰਲੀਆਂ ਪੰਕਤੀਆਂ ਪੌੜੀ ਦੀਆਂ ਤੇ ਗੁਰਦੇਵ ਜੀ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਸਤਿਗੁਰੂ ਨੂੰ ਮਿਲ ਕੇ ਤੇ ਜਿਹੜਾ ਪਿਤਾ ਵਿਛੜ ਗਿਆ ਨਾ, ਜੇ ਤੋਂ ਪਿਤਾ ਤੋਂ ਅਸੀਂ ਵਿਛੜ ਗਏ ਸੱਚੇ ਤੋਂ, ਉਸ ਸੱਚੇ ਪਿਤਾ ਨੂੰ ਸਤਿਗੁਰ ਮਿਲਿਆ, ਸੱਚ ਪਾਇਆ ਕਿ ਭਾਈ ਪਿਤਾ ਨੂੰ ਦੁਬਾਰਾ ਹਾਸਲ ਕਰ ਲਿਆ। ਮੇਲੇ ਦੇ ਵਿੱਚੋਂ ਛੁਟਕਾਰਾ ਹੋਇਆ, ਮੇਲੇ ਦੇ ਵਿੱਚੋਂ ਧਿਆਨ ਲੱਗਾ ਪਿਤਾ ਦੇ ਵੱਲ ਤੇ ਪਿਤਾ ਨੂੰ ਦੁਬਾਰਾ ਪ੍ਰਾਪਤ ਕੀਤਾ, ਜਿਨੀ ਵਿੱਚੋਂ ਆਪ ਗਵਾਇਆ ਤੇ ਆਪਣਾ ਆਪਾ ਖਤਮ ਹੋ ਗਿਆ। ਜਿਹੜੀਆਂ ਬੱਚਾ ਆਪ ਹੁਦਰੀਆਂ ਕਰਕੇ ਤੇ ਪਿਤਾ ਦੇ ਹੱਥ ਚੋਂ ਹੱਥ ਛੁਡਾ ਕੇ ਭੱਜਦਾ ਸੀ, ਹੁਣ ਉਹਨੂੰ ਸੋਝੀ ਹੋ ਗਈ ਤੇ ਹੁਣ ਉਸਨੇ ਪਿਤਾ ਦਾ ਹੱਥ ਫੜ ਕੇ ਰੱਖਿਆ। ਕਹਿੰਦੇ ਜਿਨੀ ਸੱਚੋ ਸੱਚ ਬੁਝਾਇਆ। ਗੁਰੂ ਪਿਆਰਿਓ, ਵਿਚਾਰ ਜਿਹੜੀ ਹੈ ਨਾ ਉਹ ਇੰਨੀ ਕੁ ਅਥਾਹ ਹੈ ਕਿ ਇਤਨੇ ਸਮੇਂ ਦੇ ਅੰਦਰ ਆਪਾਂ ਮੁਕੰਮਲ ਵਿਚਾਰ ਦੇ ਨਾਲ ਜੁੜ ਨਹੀਂ ਸਕਦੇ। ਕੇਵਲ ਤੁਸ਼ ਬੁੱਧ ਦੇ ਵਿੱਚ ਜਿਤਨਾ ਕੁ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਜੋ ਕੁਝ ਵੀ ਭਰਿਆ ਹੈ, ਉਹ ਆਪ ਜੀ ਦੇ ਸਨਮੁਖ ਰੱਖਣ ਦਾ ਰੋਜ਼ਾਨਾ ਗੁਰੂ ਕਿਰਪਾ ਦੇ ਸਦਕਾ ਇਹ ਯਤਨ ਹੁੰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਇਹ ਜਿਹੜੀ ਵਿਚਾਰ ਸੱਚੋ ਸੱਚ ਦੇ ਨਾਲ ਜੁੜਨ ਦੀ, ਸੱਚ ਜਾਣਿਓ ਗੁਰੂ ਪਿਆਰਿਓ, ਸਾਡੇ ਇੰਨੀ ਹੋਸ਼ੀ ਮਤ ਦੇ ਵਿੱਚ ਇਤਨੀ ਤਾਕਤ ਨਹੀਂ ਕਿ ਅਸੀਂ ਇਸ ਦੀ ਮੁਕੰਮਲ ਵਿਚਾਰ ਕਰ ਸਕੀਏ। ਅਖੀਰ ਗੁਰੂ ਪਾਤਸ਼ਾਹ ਜੀ ਪੌੜੀ ਦੀ ਸਮਾਪਤੀ ਤੇ ਬਚਨ ਕਰਦੇ, ਭਾਈ
ਇਸ ਮੇਲੇ ਨੂੰ ਛੱਡ ਕੇ ਤੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਕਰੀਏ, ਉਸ ਸੱਚ ਦੇ ਨਾਲ ਜੁੜੀਏ ਜਿਹਨੂੰ ਗੁਰਦੇਵ ਜੀ ਕਹਿੰਦੇ ਜਿਨ ਸੱਚੋ ਸੱਚ ਬੁਝਾਇਆ। ਉਸ ਸੱਚ ਨੂੰ ਕੇਵਲ ਇੱਕ ਗੁਰੂ ਦੇ ਰਾਹੀਂ ਹੀ ਬੁਝਾਇਆ ਜਾ ਸਕਦਾ, ਭਾਵ ਸਮਝਿਆ ਜਾ ਸਕਦਾ ਆਪਣੀ ਸੁਰਤ ਦੇ ਅੰਦਰ। ਫਿਰ ਵੀ ਇਹ ਦਿਮਾਗ ਦਾ ਵਿਸ਼ਾ ਨਹੀਂ ਹੈ, ਭਾਵ ਜੀਵਨ ਦੇ ਵਿੱਚ ਅਕਾਲ ਪੁਰਖ ਦਾ ਆਉਣਾ ਹੀ ਅਸਲ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੈ। ਜਿਸ ਦਿਨ ਜੀਵਨ ਦੇ ਵਿੱਚ ਅਕਾਲ ਪੁਰਖ ਦੀ ਅਸਲ ਬੰਦਗੀ ਦੇ ਨਾਲ ਜੁੜ ਗਏ ਨਾ, ਤੇ ਗੁਰਦੇਵ ਜੀ ਕਹਿੰਦੇ ਇਹੋ ਹੀ ਸਾਡੇ ਜੀਵਨ ਦੀ ਅਸਲ